ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨੇ ਵੇਜ਼ ਐਂਡ ਮੀਨਸ ਫਾਰ ਮੋਬਿਲਾਈਜੇਸ਼ਨ ਆਫ ਫੰਡਸ ਫਾਰ ਐਜੂਕੇਸ਼ਨ। ਤਾਂ ਕਹਿੰਦੇ ਕੋਈ ਵੀ ਅਦਾਰਾ ਹੈ, ਭਾਵੇਂ ਉਹ ਕੋਈ ਉਦਯੋਗਿਕ ਘਰਾਣਾ ਹੈ ਜਾਂ ਵਪਾਰਕ ਜਾਂ ਫਿਰ ਕੋਈ ਵਿੱਦਿਅਕ ਸੰਸਥਾ ਹੈ, ਉਸ ਨੂੰ ਆਪਣੀ ਹੋਂਦ ਅਤੇ ਵਿਕਾਸ ਦੇ ਲਈ ਜਿਹੜੀ ਫੰਡ ਹੈ ਜਾਂ ਵਿੱਤੀ ਸਾਧਨ ਨੇ ਉਹਨਾਂ ਦੀ ਲੋੜ ਪੈਂਦੀ ਆ। ਤਾਂ ਕਹਿੰਦੇ ਵੀ ਜਿਹੜੇ ਸਿੱਖਿਆ ਦਾ ਖੇਤਰ ਹੈ ਉਹਦੇ ਵਿੱਚ ਜਿਹੜੀ ਇਹ ਫੰਡਾਂ ਦੀ ਮੋਬਿਲਾਈਜੇਸ਼ਨ ਹੈ ਜਾਂ ਲਾਮਬੰਦੀ ਹੈ, ਉਹਦਾ ਮਤਲਬ ਕਿ ਢੰਗ ਹੈ ਜਿਹੜਾ ਉਹ ਅਲੱਗ ਹੈ। ਤਾਂ ਆਪਣੇ ਅੰਦਰੂਨੀ ਜਿਹੜੇ ਵਿੱਤੀ ਸਾਧਨ ਨੇ ਉਹਨਾਂ ਤੋਂ ਇਲਾਵਾ ਇਸ ਨੂੰ ਮਤਲਬ ਕਿ ਬਾਹਰਲੇ ਜਿਹੜੇ ਸਾਧਨ ਨੇ ਉਹਨਾਂ 'ਤੇ ਵੀ ਫੰਡ ਦੇ ਲਈ ਨਿਰਭਰ ਰਹਿਣਾ ਪੈਂਦਾ। ਤਾਂ ਇਸ ਤਰ੍ਹਾਂ ਸਿੱਖਿਆ ਲਈ ਫੰਡਾਂ ਦੀ ਲਾਮਬੰਦੀ ਲਈ ਸਕੂਲ ਮੁਖੀ ਦੁਆਰਾ ਅਨੇਕਾਂ ਤਰ੍ਹਾਂ ਦੇ ਜਿਹੜੇ ਤਕਨੀਕ ਜਾਂ ਸਾਧਨ ਨੇ ਉਹ ਅਪਣਾਏ ਜਾਂਦੇ ਨੇ, ਜਿਸ ਦੇ ਵਿੱਚ ਕੀ ਹੈ ਕਿ ਸਕੂਲਾਂ ਨੂੰ ਵਧੀਆ ਤਰੀਕੇ ਦੇ ਨਾਲ ਸਕੂਲਾਂ ਦਾ ਵਿਕਾਸ ਹੋ ਸਕੇ। ਤਾਂ ਸਕੂਲ ਦੀ ਜ਼ਮੀਨੀ ਹਕੀਕਤ ਨਾਲ ਇਹ ਜੁੜੀਆਂ ਹੁੰਦੀਆਂ ਨੇ। ਅਜਿਹੀਆਂ ਤਕਨੀਕੀ ਜਿਹੜੀਆਂ ਵਿਆਪਕ ਸੂਚੀਆਂ ਮੁਹੱਈਆ ਕਰਵਾਉਣਾ ਮੁਸ਼ਕਲ ਹੈ। ਪੇਂਡੂ ਸਕੂਲਾਂ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਕਿਸੇ ਸ਼ਹਿਰੀ ਸਕੂਲਾਂ ਨਾਲੋਂ ਵੱਖਰੀਆਂ ਹੁੰਦੀਆਂ ਨੇ। ਤਾਂ ਇਸ ਤਰ੍ਹਾਂ ਮਨੁੱਖੀ ਸ਼ਕਤੀ ਦੀ ਉਪਲਬਧਤਾ ਦੀ ਯੋਗਤਾ ਅਤੇ ਗ੍ਰਾਂਟਾਂ ਅਤੇ ਉਪਲਬਧ ਸਾਧਨਾਂ ਦੀਆਂ ਹੋਰ ਕਿਸਮਾਂ ਦੀ ਉਪਲਬਧ ਸਾਧਨਾਂ ਦੀਆਂ ਹੋਰ ਕਿਸਮਾਂ ਕਾਰਕਾਂ ਇਹਨਾਂ ਤਕਨੀਕਾਂ ਦੀਆਂ ਵੱਖ-ਵੱਖ ਸਕੂਲਾਂ ਦੀਆਂ ਆਪਣੀਆਂ ਲੋੜਾਂ ਅਤੇ ਡਿਮਾਂਡਸ ਦੇ ਅਨੁਸਾਰ ਅਲੱਗ-ਅਲੱਗ ਹੋ ਸਕਦੀਆਂ ਨੇ। ਤਾਂ ਕਿਸ ਤਰ੍ਹਾਂ ਇਹ ਸਕੂਲ ਨੇ ਜਿਹੜੇ ਉਹ ਫੰਡਾਂ ਦੀ ਲਾਮਬੰਦੀ ਕਰਦੇ ਨੇ? ਸਭ ਤੋਂ ਪਹਿਲਾਂ ਹੈਗਾ ਜਨਤਕ ਸਰਕਾਰੀ ਫੰਡਾਂ ਤੋਂ ਵਿੱਤੀ ਸਰੋਤ। ਜਿਵੇਂ ਆਪਾਂ ਕੀਤਾ ਸੀ ਕਿ ਜਿਹੜੀ ਸੈਂਟਰਲ ਗਵਰਨਮੈਂਟ ਹੈ ਜਾਂ ਪੰਜਾਬ ਸਰਕਾਰ ਹੈ ਜਾਂ ਸਟੇਟ ਸਰਕਾਰ ਹੈ ਕੋਈ, ਤਾਂ ਇਸ ਤੋਂ ਇਲਾਵਾ ਹੋਰ ਸੰਸਥਾਵਾਂ ਜਿਵੇਂ UGC ਆ ਗਿਆ, NCERT ਆ ਗਿਆ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਸਕੂਲਾਂ ਦੇ ਵਿਕਾਸ ਦੇ ਲਈ ਜਾਂ ਕਾਲਜਾਂ ਦੇ ਵਿਕਾਸ ਦੇ ਲਈ ਗ੍ਰਾਂਟਾਂ ਵਗੈਰਾ ਜਿਹੜੀਆਂ ਉਹ ਦਿੰਦੀਆਂ ਨੇ। ਤਾਂ ਉਹ ਜਿਹੜੇ ਇਹ ਵਿੱਦਿਅਕ ਅਦਾਰੇ ਨੇ ਉਹ ਇਹਨਾਂ ਫੰਡਾਂ ਦੀ ਜਿਹੜੀ ਵਰਤੋਂ ਹੈ ਉਹ ਸਕੂਲ ਦੇ ਵਿਕਾਸ ਦੇ ਲਈ ਕਰਦੇ ਨੇ। ਅਤੇ ਨੈਕਸਟ ਹੈ ਦਾਨ, ਤੋਹਫਿਆਂ ਅਤੇ ਬੰਦੋਬਸਤੀ ਚੰਦਿਆਂ ਲਈ ਅਪੀਲ। ਕਿਉਂ ਜਿਹੜਾ ਇੱਕ ਵਿੱਦਿਅਕ ਸੰਸਥਾ ਹੈ ਉਸ ਦਾ ਮੁੱਖ ਕੰਮ ਕੀ ਹੈ ਕਿ ਸਮਾਜ ਦਾ ਕਲਿਆਣ ਕਰਨਾ, ਸਮਾਜ ਦੇ ਵਿੱਚ ਰਹਿੰਦੇ ਵਿਅਕਤੀਆਂ ਨੂੰ ਸਮਾਜ ਦੇ ਵਿੱਚ ਰਹਿਣ ਦੀ ਜਿਹੜੀ ਸਿੱਖਿਆ ਦੇਣਾ ਅਤੇ ਸਮਾਜ ਦੇ ਵਿੱਚ ਸਮਾਯੋਜਨ ਐਡਜਸਟਮੈਂਟ ਕਰਨ ਦੀ ਜਿਹੜੀ ਪ੍ਰੇਰਨਾ ਦੇਣਾ। ਤਾਂ ਇਸ ਤਰ੍ਹਾਂ ਜਿਹੜੇ ਅਮੀਰ ਲੋਕ ਨੇ ਉਹ ਅਨੇਕਾਂ ਤਰ੍ਹਾਂ ਦਾ ਜਿਹੜਾ ਦਾਨ ਹੈ ਜਾਂ ਕੋਈ ਤੋਹਫਿਆਂ ਦੇ ਰੂਪ ਦੇ ਵਿੱਚ ਜਾਂ ਕੋਈ ਬੰਦੋਬਸਤੀ ਕਰਾਂ ਦੇ ਰੂਪ ਦੇ ਵਿੱਚ ਸਕੂਲਾਂ ਜਾਂ ਇਹ ਵਿੱਦਿਅਕ ਸੰਸਥਾਨਾਂ ਨੂੰ ਮੁਹੱਈਆ ਕਰਵਾਉਂਦੇ ਨੇ। ਅਤੇ ਜਿਸ ਦੇ ਨਾਲ ਜਿਹੜੇ ਇਹ ਵਿੱਦਿਅਕ ਅਦਾਰੇ ਨੇ ਆਪਣੇ ਫੰਡਾਂ ਨੂੰ ਪੂਰਾ ਕਰਦੇ ਨੇ ਅਤੇ ਆਪਣੇ ਫੰਡਾਂ ਦੀ ਜਿਹੜੀ ਵਰਤੋਂ ਹੈ ਉਹ ਸਕੂਲਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਸ ਨੂੰ ਕਰਨ ਦੇ ਵਿੱਚ ਲਾਉਂਦੇ ਨੇ। ਤਾਂ ਕਹਿੰਦੇ ਅਨੇਕਾਂ ਤਰ੍ਹਾਂ ਦੇ ਅਸੀਂ ਇਸ਼ਤਿਹਾਰ ਹੈ ਜਿਹੜੇ ਉਹ ਦੇ ਸਕਦੇ ਹਾਂ, ਜਿਸ ਦੇ ਵਿੱਚ ਦਾਨ ਦੇ ਲਈ ਜਿਹੜੀ ਅਪੀਲ ਹੈ ਉਹ ਕੀਤੀ ਜਾਂਦੀ ਹੈ। ਤਾਂ ਅਨੇਕਾਂ ਤਰ੍ਹਾਂ ਦੇ ਜਿਹੜੇ ਟਰੱਸਟ ਬਣੇ ਹੋਏ ਹੁੰਦੇ ਨੇ ਜੋ ਕਿ ਇਹਨਾਂ ਵਿੱਦਿਅਕ ਅਦਾਰਿਆਂ ਨੂੰ ਦਾਨ ਦਿੰਦੇ ਨੇ। ਨੈਕਸਟ ਹੈ ਮਾਪਿਆਂ ਤੋਂ ਯੋਗਦਾਨ। ਮਾਪਿਆਂ ਤੋਂ ਯੋਗਦਾਨ ਕਿਸ ਤਰ੍ਹਾਂ ਕਿ ਉਹ ਬੱਚਿਆਂ ਤੋਂ ਫੀਸਾਂ ਲਈਆਂ ਜਾਂਦੀਆਂ ਨੇ। ਤਾਂ ਇਹਨਾਂ ਨੇ ਗੱਲ ਕੀਤੀ, ਕਹਿੰਦੇ ਨਿੱਜੀ ਸਕੂਲਾਂ ਦੇ ਵਿੱਚ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲ ਕੀਤੀਆਂ ਜਾਂਦੀਆਂ ਨੇ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਕੋਈ ਵੀ ਫੀਸ ਨਹੀਂ ਵਸੂਲੀ ਜਾਂਦੀ ਜਾਂ ਫਿਰ ਨਾ ਮਾਤਰ ਫੀਸ ਵਸੂਲੀ ਜਾਂਦੀ ਹੈ। ਤਾਂ ਨਿੱਜੀ ਸਕੂਲਾਂ ਵਿੱਚ ਵਿਦਿਆਰਥੀ ਤੋਂ ਇਮਾਰਤੀ ਸੰਭਾਲ ਭਾਵ ਲਾਇਬ੍ਰੇਰੀ, ਤੁਹਾਡੀਆਂ ਕੋਈ ਲੈਬਸ ਵਗੈਰਾ, ਕੰਪਿਊਟਰ, ਤਾਂ ਤੁਹਾਡਾ ਕੋਈ ਇਲੈਕਟ੍ਰੀਸਿਟੀ ਬਿੱਲ, ਤਾਂ ਹਰ ਪ੍ਰਕਾਰ ਦੇ ਜਿਹੜੇ ਬਿੱਲ ਨੇ ਉਹ ਨਿੱਜੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਭਰਾਏ ਜਾਂਦੇ ਨੇ। ਅਤੇ ਇਸ ਤੋਂ ਇਲਾਵਾ ਵਰਕਸ਼ੀਟਾਂ ਅਤੇ ਵਰਕ ਬੁੱਕਾਂ, ਤਾਂ ਜੇ ਕੋਈ ਐਨੂਅਲ ਫੰਕਸ਼ਨ ਹੁੰਦਾ ਉਸ 'ਤੇ ਪੈਸੇ ਭਰਾਏ ਜਾਂਦੇ ਨੇ। ਤਾਂ ਕਹਿੰਦੇ ਵੀ ਇਸ ਸੰਸਥਾ ਦੇ ਮੁਖੀ ਨੂੰ ਚਾਹੀਦਾ ਹੈ ਕਿ ਉਹ ਇਮਾਰਤ, ਹਾਲ ਕਮਰੇ ਜਾਂ ਲੈਬਸ, ਪੁਸਤਕਾਲਿਆ ਆਦਿ ਜਿਹੇ ਵਿਸ਼ੇਸ਼ ਮਨੋਰਥਾਂ ਲਈ ਮਾਪਿਆਂ ਨੂੰ ਦਾਨ ਦੇਣ ਲਈ ਰਾਜੀ ਤਾਂ ਕਰਨ, ਪਰ ਉਹਨਾਂ ਦੇ ਉੱਤੇ ਮਤਲਬ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੋਝ ਹੈ ਉਹ ਨਹੀਂ ਪਾਉਣਾ ਚਾਹੀਦਾ, ਕਿਉਂਕਿ ਹਰ ਇੱਕ ਜਿਹੜਾ ਪੇਰੈਂਟਸ ਹੈ ਉਸ ਦੇ ਜਿਹੜੇ ਹਾਲਾਤ ਨੇ ਉਹ ਸੇਮ ਨਹੀਂ ਹੋ ਸਕਦੇ। ਤਾਂ ਨੈਕਸਟ ਹੈ ਹੋਰ ਵਸਤਾਂ ਦੀ ਵਿਕਰੀ ਰਾਹੀਂ ਫੰਡਾਂ ਦੀ ਲਾਮਬੰਦੀ। ਤਾਂ ਕੁਝ ਨਿੱਜੀ ਸਕੂਲ ਜਿਵੇਂ ਸਟੇਸ਼ਨਰੀ, ਪੁਸਤਕਾਂ, ਯੂਨੀਫਾਰਮ ਵਗੈਰਾ ਅਨੇਕਾਂ ਤਰ੍ਹਾਂ ਦੀਆਂ, ਕੋਈ ਸਪੋਰਟਸ ਦਾ ਸਮਾਨ ਹੈ, ਕੋਈ ਸਪੋਰਟਸ ਯੂਨੀਫਾਰਮ ਹੈ, ਤਾਂ ਅਨੇਕਾਂ ਤਰ੍ਹਾਂ ਦੇ ਜਿਹੜੀਆਂ ਹੋਰ ਵਸਤਾਂ ਨੇ ਉਹਨਾਂ ਤੋਂ ਜਿਹੜਾ ਧਨ ਹੈ, ਵਿੱਤ ਹੈ, ਉਹ ਇਕੱਠਾ ਕਰਦੇ ਨੇ ਅਤੇ ਆਪਣੀਆਂ ਜਿਹੜੀਆਂ ਸੰਸਥਾਵਾਂ ਦੇ ਲਈ ਉਸ ਨੂੰ ਖਰਚ ਕਰਦੇ ਨੇ। ਤਾਂ ਨੈਕਸਟ ਹੈ
ਸੰਸਥਾਨ ਅੰਦਰ ਤਿਆਰਸ਼ੁਦਾ ਸਮੱਗਰੀ ਰਾਹੀਂ ਫੰਡਾਂ ਦੀ ਲਾਮਬੰਦੀ। ਤਾਂ ਇਸ ਦੇ ਵਿੱਚ ਕੀ ਹੈ ਕਿ ਵਿਗਿਆਨ ਕਲੱਬਾਂ ਵਿਖੇ ਤਿਆਰ ਕੀਤੀਆਂ ਅਤੇ ਕਾਰਜੀ ਅਨੁਭਵ ਦੀਆਂ ਸਰਗਰਮੀਆਂ ਵੀ ਮੇਲਿਆਂ ਜਾਂ ਪ੍ਰਦਰਸ਼ਨੀਆਂ ਦੇ ਵਿੱਚ ਵੇਚੀਆਂ ਜਾਂਦੀਆਂ ਨੇ। ਭਾਵ ਕਿ ਸਕੂਲ ਦੇ ਵਿੱਚ ਕੋਈ ਵੀ ਜਿਹੜੀ ਵਸਤੂ ਹੈ ਉਹ ਬਣਾਈ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਹੈ ਉਸ ਤੋਂ ਬਾਅਦ ਮੇਲਿਆਂ ਜਾਂ ਪ੍ਰਦਰਸ਼ਨੀਆਂ ਦੇ ਵਿੱਚ ਲਾ ਕੇ ਵੇਚਣਾ। ਤਾਂ ਇਸ ਤਰ੍ਹਾਂ ਕੀ ਹੈ, ਇਹ ਅਮਲ ਅਧਿਆਪਕ ਵਿਦਿਆਰਥੀ ਅੰਦਰ ਕਿਰਤ ਤੇ ਗੌਰਵ ਦਾ ਮੁੱਲ ਵਿਕਸਿਤ ਕਰਦਾ ਹੈ ਅਤੇ ਨਾਲ ਹੀ ਜਿਹੜੇ ਬੱਚੇ ਨੇ ਉਹ ਆਪਣੇ ਕੰਮ ਦੇ ਵਿੱਚ ਐਕਸਪਰਟ ਹੁੰਦੇ ਨੇ ਅਤੇ ਸਕੂਲਾਂ ਨੂੰ ਇਸ ਤੋਂ ਜਿਹੜਾ ਧਨ ਹੈ ਉਹ ਪ੍ਰਾਪਤ ਹੁੰਦਾ ਹੈ। ਤਾਂ ਨੈਕਸਟ ਹੈ ਫੁਟਕਲ ਕਾਰਜਕ੍ਰਮਾਂ ਰਾਹੀਂ ਫੰਡਾਂ ਦੀ ਲਾਮਬੰਦੀ। ਤਾਂ ਇਸ ਤਰ੍ਹਾਂ ਸਕੂਲ ਦੇ ਵਿੱਚ ਕੋਈ ਫੇਅਰ ਲਾਉਣਾ, ਕੋਈ ਐਗਜੀਬਿਸ਼ਨ ਲਾਉਣਾ ਜਾਂ ਕੋਈ ਕਲਚਰਲ ਐਕਟੀਵਿਟੀ, ਕੋਈ ਸਪੋਰਟਸ ਕੰਪੀਟੀਸ਼ਨ ਜਿਹੜੇ ਕਰਾਏ ਜਾਂਦੇ ਨੇ ਤਾਂ ਇਹਨਾਂ ਦੇ ਲਈ ਜਿਹੜੇ ਇਸ ਦੇ ਕੋਈ ਕਮੇਟੀ ਬਣੀ ਹੁੰਦੀ ਆ ਉਸ ਦੇ ਮੈਂਬਰ ਟਿਕਟਾਂ ਵੇਚ ਕੇ ਫੰਡ ਇਕੱਠਾ ਕਰਦੇ ਨੇ। ਤਾਂ ਇਸ ਕਿਸਮ ਦੇ ਜਿਹੜੇ ਕਾਰਜਕ੍ਰਮ ਨੇ ਜਾਂ ਫੰਕਸ਼ਨ ਨੇ ਉਹਨਾਂ ਦੁਆਰਾ ਵੀ ਜਿਹੜਾ ਧਨ ਹੈ ਉਹ ਇਕੱਠਾ ਕੀਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹਨਾਂ ਕਾਰਜਕ੍ਰਮਾਂ ਨੂੰ, ਇਸ ਫੰਕਸ਼ਨ ਨੂੰ ਮਤਲਬ ਕਿ ਚਲਾਉਣ ਦੇ ਲਈ, ਇਸ ਫੰਕਸ਼ਨ ਨੂੰ ਕਰਾਉਣ ਦੇ ਲਈ ਜਿਹੜੀ ਸਹਾਇਤਾ ਹੈ ਉਹ ਵੀ ਮਤਲਬ ਕਿ ਲਈ ਜਾਂਦੀ ਹੈ। ਤਾਂ ਇਸ ਤਰ੍ਹਾਂ ਫੁਟਕਲ ਗਤੀਵਿਧੀਆਂ ਰਾਹੀਂ ਫੰਡਾਂ ਦੀ ਲਾਮਬੰਦੀ। ਤਾਂ ਜਿਵੇਂ ਸਕੂਲ ਦਾ ਕੋਈ ਸਪੋਰਟਸ ਮਤਲਬ ਕਿ ਮੈਦਾਨ ਹੈ ਜਾਂ ਕੋਈ ਲਾਇਬ੍ਰੇਰੀ ਆ ਜਾਂ ਕੋਈ ਅਨੇਕਾਂ ਤਰ੍ਹਾਂ ਦੇ ਹੋਰ ਸਾਧਨ ਨੇ ਜੋ ਕਿ ਮਤਲਬ ਕਿ ਕਿਸੇ ਹੋਰ ਦੇ ਕੋਈ ਉਹਨਾਂ ਨੂੰ ਯੂਜ਼ ਕਰ ਸਕਦਾ ਹੈ ਤਾਂ ਇਸ ਨੂੰ ਕਿਰਾਏ ਦੇ ਰੂਪ ਦੇ ਵਿੱਚ ਦੇ ਕੇ ਵੀ ਜਿਹੜਾ ਵਾਧੂ ਫੰਡ ਜਾਂ ਧਨ ਹੈ ਉਹ ਇਕੱਠਾ ਕੀਤਾ ਜਾਂਦਾ ਹੈ। ਨੈਕਸਟ ਹੈ ਖਾਰਜ ਕੀਤੀ ਸਮੱਗਰੀ ਦੀ ਵਿਕਰੀ ਰਾਹੀਂ ਫੰਡਾਂ ਦੀ ਲਾਮਬੰਦੀ। ਜਿਵੇਂ ਕੋਈ ਲਾਇਬ੍ਰੇਰੀ ਦੇ ਵਿੱਚ ਪੁਰਾਣੇ ਨਿਊਜ਼ਪੇਪਰ ਨੇ ਜਾਂ ਕੋਈ ਰਸਾਲੇ ਵਗੈਰਾ ਨੇ ਜਾਂ ਕੋਈ ਟੁੱਟਿਆ ਫੁੱਟਿਆ ਫਰਨੀਚਰ ਹੈ ਤਾਂ ਅਨੇਕਾਂ ਤਰ੍ਹਾਂ ਦਾ ਜਿਹੜਾ ਹੋਰ ਵੇਸਟੇਜ ਮਟੀਰੀਅਲ ਹੁੰਦਾ ਹੈ ਉਸ ਨੂੰ ਵੇਚ ਕੇ ਵੀ ਜਿਹੜਾ ਇਹ ਧਨ ਹੈ ਉਹ ਇਕੱਠਾ ਕੀਤਾ ਜਾਂਦਾ। ਤਾਂ ਨੈਕਸਟ ਹੈ ਸਿੱਖਿਆ ਲਈ ਫੰਡ ਲਾਮਬੰਦੀ ਦੀਆਂ ਕੁਝ ਆਧੁਨਿਕ ਵਿਧੀਆਂ, ਜਿਸ ਦੇ ਵਿੱਚ ਅਮਰੀਕਾ ਦੇ ਵਿੱਚ ਸਿੱਖਿਆ ਲਈ ਵਿਸ਼ੇਸ਼ ਕਾਰ ਸਿੱਖਿਆ ਦੇ ਉੱਚ ਪੱਧਰ ਲਈ ਫੰਡਾਂ ਦੀ ਲਾਮਬੰਦੀ ਦੀ ਕੁਝ ਗੈਰ ਰਵਾਇਤੀ ਵਿਧੀਆਂ ਵਿਕਸਿਤ ਕੀਤੀਆਂ ਗਈਆਂ, ਜਿਹਦੇ ਵਿੱਚ ਹੈ ਸਿੱਖਿਆ ਵਾਊਚਰ ਪ੍ਰਣਾਲੀ। ਅਤੇ ਇਸ ਦੇ ਵਿੱਚ ਕੀ ਹੈ, ਵਿਦਿਆਰਥੀਆਂ ਨੂੰ, ਮਾਪਿਆਂ ਨੂੰ ਸਿੱਖਿਆ ਵਾਊਚਰ ਦਿੱਤਾ ਜਾਂਦਾ ਅਤੇ ਉਹ ਉਸ ਬਦਲੇ ਵਿੱਚ ਵਿੱਦਿਅਕ ਸੰਸਥਾਵਾਂ ਨੂੰ ਟਿਊਸ਼ਨ ਫੀਸ ਦਾ ਭੁਗਤਾਨ ਹੈ ਜਿਹੜਾ ਉਹ ਕਰਦੇ ਨੇ ਅਤੇ ਇਹ ਜਿਹੜਾ ਇੱਕ ਫੰਡ ਹੈ ਉਹ ਇਹਨਾਂ ਸਕੂਲ ਸੰਸਥਾਨ ਨੂੰ ਜਿਹੜਾ ਉਹ ਪ੍ਰਾਪਤ ਹੁੰਦਾ। ਨੈਕਸਟ ਹੈ ਅਕਾਸਮਿਕ ਆਮਦਨ ਮੁੜ ਅਦਾਇਗੀ ਲੋਨ ਯੋਜਨਾ, ਜਿਹਦੇ ਵਿੱਚ ਕੀ ਹੈ ਆਪਣੇ ਪੜ੍ਹਾਈ ਦੇ ਲਈ ਜਿਹੜੇ ਬੱਚੇ ਇੰਟਰਸਟਡ ਨੇ ਉਹਨਾਂ ਨੂੰ ਪੜ੍ਹਾਈ ਦੇ ਲਈ ਜਿਹੜਾ ਲੋਨ ਹੈ ਉਹ ਦਿੱਤਾ ਜਾਂਦਾ ਅਤੇ ਜਦੋਂ ਉਹਨਾਂ ਦੀ ਡਿਗਰੀ ਪੂਰੀ ਹੋ ਜਾਂਦੀ ਹੈ ਜਾਂ ਰੁਜ਼ਗਾਰ ਵਗੈਰਾ ਮਿਲ ਜਾਂਦਾ ਤਾਂ ਉਹ ਉਸ ਲੋਨ ਨੂੰ ਵਾਪਸ ਕਰ ਦਿੰਦੇ ਨੇ। ਤਾਂ ਨੈਕਸਟ ਹੈ ਦੇਖਭਾਲ ਦੀ ਲਾਗਤ ਲਈ ਵਿੱਤ ਪੋਸ਼ਣ। ਤਾਂ ਇਸ ਦੇ ਵਿੱਚ ਕੀ ਹੈ ਕਿ ਸਾਰੇ ਯੋਗ ਪਰ ਯੋਗ ਵਿਦਿਆਰਥੀਆਂ ਨੂੰ ਇੱਥੇ ਤੱਕ ਕਿ ਅਕਾਦਮਿਕ ਮਤਲਬ ਕਿ ਜਿਹੜਾ ਸਕੋਲਰਸ਼ਿਪ ਵਗੈਰਾ ਉਹ ਵੀ ਜਿਹੜਾ ਸਰਕਾਰ ਵੱਲੋਂ ਬੱਚਿਆਂ ਨੂੰ ਮੁਹੱਈਆ ਜਿਹੜਾ ਉਹ ਕਰਵਾਇਆ ਜਾਂਦਾ। ਤਾਂ ਜਿਸ ਦੇ ਵਿੱਚ ਕੀ ਹੈ ਵਧੀਆ ਜਿਹੜੇ ਬੱਚੇ ਨੇ ਉਹਨਾਂ ਨੂੰ ਪੂਰੀ ਲਾਗਤ ਦਾ ਲੋਨ ਵੀ ਦਿੱਤਾ ਜਾਂਦਾ ਅਤੇ ਇਸ ਦਾ ਭੁਗਤਾਨ ਹੈ ਜਿਹੜਾ ਉਹ ਆਪਣੀ ਨੌਕਰੀ ਤੋਂ ਬਾਅਦ ਕਰਦੇ ਨੇ। ਨੈਕਸਟ ਹੈ ਟਿਊਸ਼ਨ ਪੋਸਟ ਪੇਮੈਂਟ ਕਾਰਜ ਯੋਜਨਾ। ਸਿੱਖਿਆ ਦੀ ਕੁੱਲ ਲਾਗਤ ਦੇ ਲਈ ਲੱਗੀ ਟਿਊਸ਼ਨ ਫੀਸ ਦਾ ਘੱਟੋ ਘੱਟ 50% ਤੱਕ ਵਧਾਇਆ ਜਾਂਦਾ ਹੈ। ਜੋ ਲੋਕ ਇਸ ਵਾਧੇ ਨੂੰ ਮਤਲਬ ਕਿ ਵੀ ਸਹਿਣ ਨਹੀਂ ਕਰਦੇ ਤਾਂ ਉਹਨਾਂ ਨੂੰ ਭਾਵੀ ਆਮਦਨ ਦਾ ਇੱਕ ਹਿੱਸਾ ਜਿਹੜਾ ਉਹ ਸੰਸਾਧਨ ਨੂੰ ਵੇਚ ਸਕਦੇ ਨੇ ਅਤੇ ਪ੍ਰਮਾਣ ਪੱਤਰ ਵਿੱਚ ਕਰਜ਼ੇ ਦੀ ਰਕਮ ਦਾ ਵੇਰਵਾ ਵਗੈਰਾ ਦਿੱਤਾ ਜਾ ਸਕਦਾ ਹੈ। ਭਾਵ ਕਿ ਜਦੋਂ ਇਹ ਜਿਹੜਾ ਰਕਮ ਹੈ ਉਹ ਦੇਣਗੇ ਤਾਂ ਉਹਨਾਂ ਦੀ ਜਿਹੜੀ ਉਹ ਕੋਈ ਵੀ ਮਤਲਬ ਕਿ ਉਹ ਵਸਤੂ ਹੈ ਜਿਹੜਾ ਉਹ ਸੰਸਥਾਨ ਨੂੰ ਦਿੰਦੇ ਨੇ ਤਾਂ ਉਹ ਵਾਪਸ ਕਰ ਦਿੱਤੀ ਜਾਂਦੀ ਹੈ। ਨੈਕਸਟ ਹੈ ਵਿੱਦਿਆ ਅਫਸਰ ਬੈਂਕ। ਇਸ ਦੇ ਵਿੱਚ ਕੀ ਹੈ, ਇਸ ਵਿੱਚ TPL ਅਤੇ MFMC ਜਿਹੜੀਆਂ ਯੋਜਨਾ ਨੂੰ ਲਾਗੂ ਕਰਨ ਦੇ ਲਈ ਇੱਕ ਵਿਦਿਆਰਥੀ ਅਫਸਰ ਬੈਂਕ ਸਥਾਪਿਤ ਕੀਤਾ ਜਾਂਦਾ। ਇਸ ਦਾ ਸੰਚਾਲਨ ਹੈ ਜਿਹੜਾ ਉਹ ਇਸ ਬੈਂਕਿੰਗ ਪ੍ਰਣਾਲੀ ਰਾਹੀਂ ਕੀਤਾ ਜਾਂਦਾ, ਜਿਸ ਦੇ ਵਿੱਚ ਕਰਜ਼ੇ ਵਗੈਰਾ ਦੀ ਜਿਹੜੀ ਪ੍ਰਬੰਧ ਦੀ ਵਿਵਸਥਾ ਹੈ ਉਹ ਕੀਤੀ ਜਾਂਦੀ ਹੈ। ਅਤੇ ਨੈਕਸਟ ਹੈ ਵਿੱਦਿਅਕ ਲੇਵੀ ਉਪਕਾਰ। ਸੁਝਾਅ ਦਿੱਤਾ ਗਿਆ ਹੈ ਕਿ ਦੇਸ਼ ਦੇ ਸਾਰੇ ਪੜ੍ਹੇ ਲਿਖੇ ਸਿੱਖਿਅਤ ਲੋਕਾਂ ਨੂੰ ਸਿੱਖਿਆ ਦੇ ਲਈ ਆਪਣੀ ਆਮਦਨ ਦਾ ਅੱਧਾ ਜਾਂ 1% ਹਿੱਸਾ ਕਰ ਵਜੋਂ ਦੇਣਾ ਹੋਊਗਾ ਅਤੇ ਇਹ ਕਰ ਹੈ ਜਿਹੜਾ ਉਹ ਬੱਚਿਆਂ ਦੇ ਵਿੱਦਿਅਕ ਵਿਕਾਸ ਦੇ ਵਾਧੇ ਦੇ ਲਈ ਜਿਹੜਾ ਉਹ ਲਾਇਆ ਜਾਂਦਾ। ਨੈਕਸਟ ਹੈ 2 ਜਾਂ ਵਧੇਰੇ ਵਿਧੀਆਂ ਦਾ ਸੰਯੋਜਨ। ਸਿੱਖਿਆ ਲਈ ਫੰਡਾਂ ਦੀ ਲਾਮਬੰਦੀ ਲਈ ਵੱਖ-ਵੱਖ ਸਥਾਨ ਸਿੱਖਿਆ ਦੇ ਵੱਖ-ਵੱਖ ਪੱਧਰਾਂ ਲਈ ਵੱਖ-ਵੱਖ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਇਕੱਲੀ ਵਿਧੀ ਆਪਣੇ ਆਪ ਦੇ ਵਿੱਚ ਕਾਫੀ ਨਹੀਂ ਹੁੰਦੀ ਤਾਂ ਉਸ ਦੇ ਨਾਲ ਕੋਈ ਦੂਜੀ ਵਿਧੀ ਜਿਹੜੀ ਵਰਤੀ ਜਾਂਦੀ ਹੈ। ਜਿਵੇਂ ਕਈ ਵਾਰ ਵਿਦਿਆਰਥੀਆਂ ਤੋਂ ਵਸੂਲੀ ਜਾਣ ਵਾਲੀ ਫੀਸ ਇਕੱਲੇ ਤੌਰ 'ਤੇ ਕਾਫੀ ਨਹੀਂ ਹੁੰਦੀ
ਤਾਂ ਸੁਭਾਵਿਕ ਤੌਰ 'ਤੇ ਸੰਸਥਾਨ ਨੂੰ ਹੋਰ ਸੰਸਾਧਨਾਂ ਦਾ ਸ਼ੋਸ਼ਣ ਕਰਨਾ ਪੈਂਦਾ ਹੈ ਅਤੇ ਇਸ ਵਿਧੀ ਨੂੰ ਕਿਸੇ ਨਾ ਕਿਸੇ ਬਦਲੇ ਹੋਏ ਵਿੱਚ ਵਰਤ ਕੇ ਸਹਾਇਤਾ, ਭਾਵ ਕਿ ਜਦੋਂ ਬੱਚਿਆਂ ਦੁਆਰਾ ਦਿੱਤੀ ਜਾਣ ਵਾਲੀ ਫੀਸ ਜਾਂ ਫੰਡ ਤੋਂ ਉਹਨਾਂ ਦੀ ਆਮਦਨ ਹੈ ਜਿਹੜੀ ਉਹ ਪੂਰੀ ਨਹੀਂ ਹੋ ਰਹੀ, ਤਾਂ ਮਤਲਬ ਕਿ ਉਹ ਹੋਰ ਕੋਈ ਜਿਹੜਾ ਸਾਧਨ ਹੈ ਉਹ ਨਾਲ ਦੀ ਨਾਲ ਉਸ ਦੇ ਵਿੱਚ ਵਰਤ ਲੈਂਦੇ ਨੇ, ਤਾਂ ਕਿ ਉਹ ਆਪਣੇ ਵਿੱਦਿਅਕ ਸੰਸਥਾਨ ਦਾ ਵਿਕਾਸ ਕਰ ਸਕਣ ਅਤੇ ਵਿਦਿਆਰਥੀਆਂ ਨੂੰ ਜਿਹੜੀਆਂ ਉਹ ਸਹੂਲਤਾਂ ਹੈ ਉਹ ਮੁਹੱਈਆ ਕਰਵਾ ਸਕਣ। ਅਤੇ ਨੈਕਸਟ ਹੈਗਾ ਐਥਿਕਸ ਆਫ ਮੋਬਾਈਲੇਸ਼ਨ ਆਫ ਫੰਡਸ। ਤਾਂ ਕਹਿੰਦੇ ਵੀ ਜਿਹੜੇ ਇਹ ਵਿੱਦਿਅਕ ਸੰਸਥਾਨ ਨੇ ਇਹਨਾਂ ਦੀ ਫੰਡਾਂ ਦੀ ਜਿਹੜੀ ਲਾਮਬੰਦੀ ਹੈ ਉਹਦੇ ਨਿਆਂਸੰਗ ਅਤੇ ਉਚਿਤ ਜਿਹੜੀ ਢੰਗ ਹੈ ਉਹ ਹੋਣਾ ਚਾਹੀਦਾ ਹੈ। ਤਾਂ ਕਹਿੰਦੇ ਵੀ ਕੋਈ ਵੀ ਮਤਲਬ ਕਿ ਨਜਾਇਜ਼ ਤਰੀਕੇ ਦੇ ਨਾਲ ਫੰਡ ਹੈ ਜਿਹੜਾ ਉਹ ਇਕੱਠਾ ਨਹੀਂ ਕੀਤਾ ਜਾਣਾ ਚਾਹੀਦਾ। ਅਤੇ ਕਹਿੰਦੇ ਵੀ ਇੱਕ ਜਿਹੜਾ ਵਿੱਦਿਅਕ ਅਦਾਰਾ ਹੁੰਦਾ ਹੈ ਕਿ ਉਸ ਦਾ ਜਿਹੜਾ ਮੁੱਖ ਮਕਸਦ ਹੁੰਦਾ ਉਹ ਇੱਕ ਵਪਾਰਕ ਜਾਂ ਉਦਯੋਗਿਕ ਘਰਾਣੇ ਵਾਂਗ ਆਪਣਾ ਤਾਂ ਮਤਲਬ ਕਿ ਲਾਭ ਕਮਾਉਣਾ ਨਹੀਂ ਹੁੰਦਾ, ਸਗੋਂ ਉਸ ਦਾ ਜਿਹੜਾ ਮੁੱਖ ਉਦੇਸ਼ ਹੁੰਦਾ ਉਹ ਹੁੰਦਾ ਕਿ ਬੱਚਿਆਂ ਦਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਣ ਤਾਂ ਕਿ ਉਹ ਆਪਣੀ ਆਲਰਾਊਂਡ ਡਿਵੈਲਪਮੈਂਟ ਕਰ ਲੈਣ। ਤਾਂ ਇਸ ਤਰ੍ਹਾਂ ਇਹਨਾਂ ਫੰਡਾਂ ਦੀ ਜਿਹੜੀ ਵਰਤੋਂ ਹੈ ਉਹ ਸਹੀ ਢੰਗ ਦੇ ਨਾਲ ਹੋਣੀ ਬਹੁਤ ਜ਼ਰੂਰੀ ਹੈ। ਤਾਂ ਇਸ ਦੇ ਨਾਲ ਇੱਕ ਜਿਹੜੇ ਵਿਦਿਆਰਥੀ ਨੇ ਉਹ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਵਿਕਾਸ ਹੈ ਉਹ ਕਰ ਸਕਦੇ ਨੇ। ਕਹਿੰਦੇ ਇੱਕ ਉੱਚੇ ਸੁੱਚੇ ਕਾਰਜ ਲਈ ਕੀਤੀ ਜਾਣ ਵਾਲੀ ਦਾਨ ਦੀ ਅਪੀਲ ਭੀਖ ਮੰਗਣ ਦੇ ਪੱਧਰ ਤੱਕ ਨਹੀਂ ਡਿੱਗਣੀ ਚਾਹੀਦੀ। ਤਾਂ ਵਿਸ਼ਿਸ਼ਟ ਜਿਹੜਾ ਮਨੋਰਥ ਹੈ ਉਸ ਨੂੰ ਭਾਵ ਕਿ ਵੀ ਜਿਹੜਾ ਇਹ ਧਨ ਹੈ ਉਹ ਇਕੱਠਾ ਕੀਤਾ ਜਾਂਦਾ ਵੀ ਉਹ ਮਾਪਿਆਂ ਤੋਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਲੁੱਟ ਹੈ ਉਹ ਨਹੀਂ ਕਰਨੀ ਚਾਹੀਦੀ। ਤਾਂ ਇਸ ਦੇ ਵਿੱਚ ਕੀ ਆ ਕੋਈ ਕੋ ਕਰਿਕੂਲਰ ਗਤੀਵਿਧੀਆਂ ਦਾ ਸੂਝ ਢੰਗ ਦੇ ਨਾਲ ਪ੍ਰਯੋਗ ਹੋਣਾ ਚਾਹੀਦਾ ਹੈ। ਤਾਂ ਅਨੇਕਾਂ ਤਰ੍ਹਾਂ ਦੀ ਮਤਲਬ ਕਿ ਇਸ ਦੇ ਵਿੱਚ ਕੋਈ ਸੱਭਿਆਚਾਰਕ ਕੋਈ ਫੰਕਸ਼ਨ ਕਰਵਾਇਆ ਜਾ ਰਿਹਾ ਤਾਂ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੰਪਰਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਕਹਿੰਦੇ ਵੀ ਹਰ ਇੱਕ ਕੰਮ ਹੈ ਜਿਹੜਾ ਉਹ ਬੜੀ ਹੀ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ। ਜੇਕਰ ਕੋਈ ਸਕੂਲੀ ਅਦਾਰਾ ਕਿਸੇ ਕੋਈ ਚੀਜ਼ ਨੂੰ ਕਿਰਾਏ 'ਤੇ ਦੇ ਰਿਹਾ ਹੈ ਤਾਂ ਉਸ ਦੇ ਵਿੱਚ ਵੀ ਜਿਹੜੀ ਪੂਰੀ ਜਿਹੜੀ ਇਮਾਨਦਾਰੀ ਹੈ ਉਹ ਵਰਤਣੀ ਚਾਹੀਦੀ ਹੈ, ਭਾਵ ਕਿ ਫੰਡਾਂ ਦੀ ਜਿਹੜੀ ਵਰਤੋਂ ਹੈ ਉਹ ਨੈਤਿਕਤਾ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਅਤੇ ਇਹਨਾਂ ਦੀ ਮਤਲਬ ਕਿ ਜਿਹੜੀ ਫੰਡ ਲੈਣੇ ਨੇ ਤਾਂ ਉਹਨਾਂ ਦੀ ਵੀ ਬੜੀ ਇਮਾਨਦਾਰੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਲੁੱਟ ਖਸੁੱਟ ਜਾਂ ਕਿਸੇ ਵੀ ਤਰ੍ਹਾਂ ਦੀ ਭੀਖ ਦੇ ਰੂਪ ਦੇ ਵਿੱਚ ਇਹ ਫੰਡ ਨੇ ਉਹ ਨਹੀਂ ਪ੍ਰਾਪਤ ਕਰਨੇ ਚਾਹੀਦੇ। ਤਾਂ ਉਹਨਾਂ ਦਾ ਜਿਹੜਾ ਫੰਡਾਂ ਦੀ ਜਿਹੜੀ ਵਰਤੋਂ ਹੈ ਉਹ ਵੀ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਜਿਸ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੈ ਜਿਹੜਾ ਉਹ ਹੋ ਸਕੇ। ਥੈਂਕ ਯੂ।